ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਸਤਿੰਦਰ ਪੰਨੂ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਦੇ ਉੱਪਰ ਚਰਚਾ ਕਰਦੇ ਹਾਂ ਤੇ ਚਰਚਾ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਨਵਜੀਤ ਜੀ। ਪਹਿਲਾਂ ਮੈਨੂੰ ਤੁਸੀਂ ਇਸ ਗੱਲ ਦੀ ਥੋੜੀ ਜਿਹੀ ਖੁੱਲ੍ਹ ਦਿਓ ਕਿ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਬਹੁਤ ਜ਼ਰੂਰੀ ਸੂਚਨਾ ਦੇਣੀ ਚਾਹੁੰਦਾ। ਜੀ। ਅੱਜ ਸ਼ਾਮ ਨੂੰ 7 ਵਜੇ ਭਾਰਤੀ ਸਮੇਂ ਮੁਤਾਬਕ ਤੇ 5:30 ਵਜੇ ਸਵੇਰੇ ਕੈਨੇਡਾ ਦਾ BC ਟਾਈਮ, ਵੈਨਕੂਵਰ ਟਾਈਮ ਜਿਹੜਾ ਉਹਦੇ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵਿਸ਼ੇਸ਼ ਇੰਟਰਵਿਊ ਜਿਹੜੀ ਸਾਡੇ ਬੜੇ ਸੀਨੀਅਰ ਪ੍ਰੈਜ਼ੀਡੈਂਟ ਪਰਮਵੀਰ ਬਾਠ ਹੋਰਾਂ ਦੇ ਨਾਲ ਹੈ, ਉਹ ਪੇਸ਼ ਕੀਤੀ ਜਾਵੇਗੀ ਅੱਜ ਸ਼ਾਮ ਨੂੰ 7 ਵਜੇ। ਔਰ ਕੈਨੇਡਾ ਦੇ BC ਟਾਈਮ ਦੇ ਮੁਤਾਬਕ 5:30 ਵਜੇ ਸਵੇਰੇ ਇਹ ਜਿਹੜੀ ਇੰਟਰਵਿਊ ਹੈ ਇਹ ਰਿਲੀਜ਼ ਕੀਤੀ ਜਾ ਰਹੀ ਹੈ। ਜਦੋਂ ਕੈਨੇਡਾ BC ਦੇ ਵਿੱਚ 5:30 ਵਜੇ ਸਵੇਰੇ ਹੋਣਗੇ ਜੀ, ਇਹਦਾ ਮਤਲਬ ਇਹ ਕਿ ਕੈਨੇਡਾ ਦਾ ਜਿਹੜਾ ਓਨਟਾਰੀਓ ਦਾ ਟੋਰਾਂਟੋ ਆਟਵਾ ਦਾ ਟਾਈਮ ਹੈ ਉਹ 8:30 ਵੱਜ ਚੁੱਕੇ ਹੋਣਗੇ। ਉਹ ਇੰਟਰਵਿਊ ਪ੍ਰਾਈਮ ਏਸ਼ੀਆ ਵੱਲੋਂ ਪੇਸ਼ ਕੀਤੀ ਜਾ ਰਹੀ। ਸੋ ਪੰਨੂ ਸਾਹਿਬ ਹੁਣਾਂ ਨੇ ਵਿਸਤਾਰ ਨਾਲ ਦੱਸ ਦਿੱਤਾ, ਤੁਸੀਂ ਸਾਰੇ ਇੰਟਰਵਿਊ ਜ਼ਰੂਰ ਦੇਖਿਓ। ਪੰਨੂ ਸਾਹਿਬ, ਖਬਰਾਂ ਤੇ ਚਰਚਾ ਕਰਦੇ ਹਾਂ। ਅੱਜ ਵੀ ਸਭ ਦੀਆਂ ਨਜ਼ਰਾਂ ਮੀਟਿੰਗ ਤੇ ਟਿਕੀਆਂ ਹੋਈਆਂ ਸਨ। ਕਿਸਾਨ ਗਏ, ਮੀਟਿੰਗ ਹੋਈ, ਕੀ ਗੱਲਬਾਤ ਉੱਥੇ ਹੋਈ ਆ, ਕੀ ਨਤੀਜੇ ਨਿਕਲ ਸਕਦੇ ਆ, ਕੀ ਗੱਲਾਂ ਹੋਈਆਂ? ਨਵਜੀਤ ਜੀ, ਬੇਲੋੜੀ ਐਕਸਰਸਾਈਜ਼ ਹੈ ਜਿਹੜੀ ਸਰਕਾਰ ਕਰ ਰਹੀ ਹੈ। ਜਦੋਂ ਸਰਕਾਰ ਨੂੰ ਪਤਾ ਕਿ ਅਸੀਂ ਕਰਨਾ ਕੱਖ ਨਹੀਂ, ਹਰ ਵਾਰੀ ਉਹ ਖਿਲਾਰਾ ਪਾਉਣਾ, ਤੇ ਕਿਸਾਨਾਂ ਨੇ ਹਰ ਵਾਰੀ ਸਾਡੀ ਗੱਲ ਮੰਨਣ ਤੋਂ ਨਾ ਕਰਨੀ ਹੈ ਜੀ, ਤੇ ਫਿਰ ਮੀਟਿੰਗਾਂ ਦਾ ਰਿਕਾਰਡ ਬਣਾਉਣ ਦੀ ਕੀ ਲੋੜ? ਅੱਜ 9ਵੀਂ ਮੀਟਿੰਗ ਹੋ ਗਈ ਹੈ। ਇਹਨਾਂ 9 ਮੀਟਿੰਗਾਂ 'ਚ ਕੱਖ ਵੀ ਨਹੀਂ ਨਿਕਲਿਆ। ਜਾਂਦੇ ਆ, ਥੋੜ੍ਹੀ ਦੇਰ ਬੈਠਦੇ ਆ, ਫਿਰ ਲੰਚ ਕਰਦੇ ਆ ਤੇ ਆਪੋ ਆਪਣਾ ਕਰਦੇ ਆ, ਤੇ ਲੰਚ ਕਰਕੇ ਉੱਥੋਂ ਉੱਠ ਕੇ ਇਹ ਵਾਪਸ ਆ ਜਾਂਦੇ ਆ। ਮੰਤਰੀ ਆਪਣੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਰਿਪੋਰਟ ਕਰਨ ਚੱਲ ਜਾਂਦੇ ਆ। ਨਤੀਜਾ ਕੋਈ ਨਹੀਂ। ਕੀ ਨਿਕਲਿਆ? ਇਹ ਜਿੰਨੀ ਵਾਰ ਜਾਂਦੇ ਆ, ਪਹਿਲੀ ਤੋਂ ਲੈ ਕੇ ਸਿਰਫ ਪਹਿਲੀ ਮੀਟਿੰਗ ਜਿਹੜੀ ਸੀ ਉਹ 'ਚ ਕੁਛ ਨਹੀਂ ਹੋਇਆ ਕਿਉਂਕਿ ਅਫਸਰ ਬੈਠੇ ਸੀ, ਮੰਤਰੀ ਆਏ ਨਹੀਂ ਸੀ। ਦੂਸਰੀ ਮੀਟਿੰਗ ਤੋਂ ਲੈ ਕੇ ਹੁਣ ਤੱਕ ਹਰ ਵਾਰੀ ਉਹ ਫਾਈਲਾਂ ਖੋਲ੍ਹ ਕੇ ਬਹਿ ਜਾਂਦੇ ਆ। ਦੇਖੋ ਤਾਂ ਜੀ, ਕਿਸਾਨਾਂ ਵਾਸਤੇ ਇਹਦੇ 'ਚ ਕਾਨੂੰਨ 'ਚ ਆਹ ਬੜੀ ਵਧੀਆ ਗੱਲ ਲਿਖੀ, ਆਹ ਬੜੀ ਵਧੀਆ ਲਿਖੀ, ਆਹ ਬੜੀ ਵਧੀਆ ਲਿਖੀ। ਕਿਸਾਨਾਂ ਨੇ ਇੱਕ ਮੀਟਿੰਗ ਵਿੱਚ ਉਹਨਾਂ ਦੀਆਂ ਗੱਲਾਂ ਸੁਣ ਲਈਆਂ, ਦੂਜੀ 'ਚ ਸੁਣ ਲਈਆਂ, ਉਦੋਂ ਬਾਅਦ ਹਰ ਵਾਰੀ ਕਹਿੰਦੇ ਆ ਵੀ ਤੁਸੀਂ ਸਾਨੂੰ ਟਿਊਸ਼ਨ ਪੜ੍ਹਾਉਣ ਲੱਗੇ ਆ। ਹਰ ਵਾਰੀ ਉਹ ਗੱਲਾਂ ਸਾਨੂੰ ਤੁਸੀਂ ਕਿਉਂ ਪੜ੍ਹਾਉਂਦੇ ਜੀ? ਆ ਜਿੰਨੀਆਂ ਗੱਲਾਂ ਤੁਸੀਂ ਦੱਸਦੇ ਹੋ, ਇਹਦੇ ਨਾਲੋਂ ਜ਼ਿਆਦੀਆਂ ਗੱਲਾਂ ਤਾਂ ਤੁਹਾਡੇ ਅਫਸਰਾਂ ਨੂੰ ਅਸੀਂ ਦੱਸ ਚੁੱਕੇ ਹਾਂ, ਸਾਡੇ ਤੇ ਪੋਟਿਆਂ ਦੇ ਉੱਤੇ। ਤੁਹਾਡੇ ਤੇ ਅਫਸਰਾਂ ਨੂੰ ਪਤਾ ਹੋਊਗਾ, ਤੁਹਾਨੂੰ ਆਪ ਨੂੰ ਪਤਾ ਵੀ ਨਹੀਂ। ਪਰ ਸਾਡੇ ਉੱਥੇ ਕੈਂਪਾਂ 'ਚ ਜਾ ਕੇ ਪੁੱਛ ਲਓ, ਕੱਲਾ ਕਿਸਾਨ, ਬਜ਼ੁਰਗ ਹੋਵੇ ਜਾਂ ਬੱਚਾ, ਛੋਟੇ ਛੋਟੇ ਬੱਚੇ ਤੱਕ ਮੁੱਦੇ ਗਣਾਉਣ ਦੇ ਨੇ ਕਿਹਾ ਨੇ। ਤੇ ਤੁਸੀਂ ਹਰ ਵਾਰੀ ਸਾਨੂੰ ਇਹੋ ਕਿਉਂ ਮੁੜ ਸੁਣਾਉਂਦੇ? ਸਾਡੀ ਤਾਂ ਇੱਕ ਮੰਗ ਹੈ ਕਿ ਤੁਸੀਂ ਇਹ ਕਾਨੂੰਨ ਜਿਹੜੇ ਆ ਤਿੰਨੇ ਰੱਦ ਕਰ ਦਿਓ ਕਿ ਨਹੀਂ, ਯੈਸ ਔਰ ਨੋ। ਮੰਤਰੀ ਕਹਿ ਦਿੰਦੇ ਜੀ ਇਹ ਤਾਂ ਰੱਦ ਹੋ ਨਹੀਂ ਸਕਦੇ। ਤੁਸੀਂ ਕੋਈ ਹੋਰ ਗੱਲ ਕਰ ਲਓ, ਇਹਨਾਂ 'ਚ ਸੋਧ ਕਰਾ ਲਓ ਜਿੰਨੀ ਮਰਜ਼ੀ ਕਰਾਉਣੀ ਆ। ਜਿੰਨੀਆਂ ਸੋਧਾਂ ਆਖੋ ਅਸੀਂ ਕਰ ਦਿੰਦੇ ਹਾਂ। ਦੱਸੋ ਕਿਹੜੀਆਂ ਕਰਾਉਣੀਆਂ? ਇਹ ਕਹਿੰਦੇ ਸੋਧਾਂ ਕਰਾਉਣੀਆਂ ਹੀ ਨਹੀਂ। ਸਾਡਾ ਸੋਧਾਂ ਦਾ ਏਜੰਡਾ ਹੀ ਕੋਈ ਨਹੀਂ। ਅਸੀਂ ਸ਼ੁਰੂ ਤੋਂ ਹੀ ਇਸ ਪਾਸੇ ਨੂੰ ਤੁਰੇ ਹਾਂ ਵੀ ਅਸੀਂ ਸੋਧਾਂ ਕੋਈ ਨਹੀਂ ਕਰਾਉਣੀਆਂ। ਅਸੀਂ ਤਾਂ ਇਹ ਕਾਨੂੰਨ ਰੱਦ ਕਰਾਉਣੇ ਆ। ਤੁਸੀਂ ਕਰਦੇ ਹੋ ਕਿ ਨਹੀਂ ਕਰਦੇ? ਇਹਦੇ ਉੱਤੇ ਫਿਰ ਮੰਤਰੀ ਲੱਗ ਪੈਂਦੇ ਕਰਨੇ, ਨਹੀਂ ਆਪਾਂ ਵਿਚਾਰ ਕੇ ਵੇਖ ਲਈਏ, ਹਾਲਾਤ ਨਵੇਂ ਬਣ ਗਏ ਆ, ਇੱਕ ਵਾਰੀ ਫਿਰ ਆਪਾਂ ਕਾਨੂੰਨ ਪੜ੍ਹ ਕੇ ਵੇਖ ਲਈਏ। ਉਹ ਕਹਿੰਦੇ ਤੁਸੀਂ ਪੜ੍ਹੀ ਜਾਓ, ਅਸੀਂ ਚੁੱਪ ਕਰਕੇ ਬਹਿਨੇ ਆ। ਕਿਸਾਨ ਚੁੱਪ ਕਰਕੇ ਬੈਠ ਜਾਂਦੇ ਆ, ਮੰਤਰੀ ਥੋੜ੍ਹੀ ਦੇਰ ਬੋਲਦੇ ਆ, ਉਹਦੇ ਬਾਅਦ ਉਹ ਵੀ ਚੁੱਪ ਕਰ ਜਾਂਦੇ ਆ, ਫਿਰ ਉੱਠ ਕੇ ਨਾਲ ਦੇ ਕਮਰੇ 'ਚ ਜਾਂਦੇ ਆ। ਉੱਥੋਂ ਆ ਕੇ ਕਹਿੰਦੇ ਲੰਚ ਟਾਈਮ ਹੋ ਗਿਆ, ਫਿਰ ਮੀਟਿੰਗ ਹੁੰਦੀ ਆ, ਫਿਰ ਉੱਠ ਕੇ ਆ ਜਾਂਦੇ ਆ। ਅੱਜ ਵੀ ਦੱਸਿਆ ਕਿ ਮੰਤਰੀ ਉੱਠ ਕੇ ਬਾਹਰ ਗਏ। ਮੰਤਰੀ ਉਹਨਾਂ ਦੇ ਆਪਣੇ ਪੱਲੇ ਹੈ ਹੀ ਕੱਖ ਨਹੀਂ। ਜਿਹੜੇ ਮੰਤਰੀ ਨੇ ਇਹ ਤਾਂ ਇੰਨੇ ਛੋਟੇ ਪੱਧਰ ਦੇ ਕਲਾਸ ਦੇ ਬੱਚਿਆਂ ਵਰਗੇ ਨੇ, ਜਿਹੜੇ ਨਿੱਕੀ ਗੱਲ ਵਾਸਤੇ ਆਪਣੀ ਕਲਾਸ ਦੇ ਮੋਨੀਟਰ ਤੋਂ ਤੇ ਹੈੱਡ ਟੀਚਰ ਤੋਂ ਪੁੱਛਣ ਵਾਸਤੇ ਜਾਂਦੇ ਨੇ। ਆਪਣੇ ਸਿਰ ਫੈਸਲਾ ਲੈਣ ਦੀ ਨਾ ਜ਼ਰੂਰਤ ਹੀ ਨਹੀਂ। 2 ਵਾਰੀ ਇਹ ਗਲਤੀ ਕਰ ਚੁੱਕੇ ਆ। ਇੱਕ ਵਾਰੀ ਖੇਤੀ ਮੰਤਰੀ ਦੇ ਮੂੰਹੋਂ ਨਿਕਲ ਗਿਆ, ਅੱਜ ਤੁਸੀਂ ਸਾਡੇ ਗੱਲ ਪੈਂਦੇ ਆ। ਜੇ ਗੱਲ ਅਸੀਂ ਤੁਹਾਡੀ ਮੰਨ ਲਈਏ ਤੇ ਕਾਰਪੋਰੇਟ ਘਰਾਣੇ ਨਾਰਾਜ਼ ਹੋ ਜਾਣਗੇ। ਇਹ ਅਜੇ ਗੱਲ ਬਰਦਾਸ਼ਤ ਹੋ ਸਕਦੀ ਸੀ। ਦੂਜੀ ਵਾਰੀ ਉਹਦੇ ਮੂੰਹੋਂ ਸਿੱਧਾ ਹੀ ਨਿਕਲ ਗਿਆ, ਤੁਸੀਂ ਹੁਣ ਸਾਨੂੰ ਬਹੁਤ ਜ਼ੋਰ ਦਿੰਦੇ ਆ। ਜੇ ਅਸੀਂ ਤੁਹਾਡੇ ਕਿਸਾਨਾਂ ਦੀ ਗੱਲ ਮੰਨ ਲਈ ਤੇ ਮੁੜ ਕੇ ਅੰਬਾਨੀ ਤੇ ਅਡਾਨੀ ਨਾਰਾਜ਼ ਹੋ ਜਾਣਗੇ। ਇਹ ਅੰਬਾਨੀ ਤੇ ਅਡਾਨੀ ਦਾ ਨਾਮ ਕਿਸਾਨਾਂ ਨਾਲ ਸਾਂਝੀ ਮੀਟਿੰਗ ਵਿੱਚ ਲੈਣਾ ਉਸ ਮੰਤਰੀ ਦੇ ਮੂੰਹੋਂ ਨਿਕਲ ਪਤਾ ਨਹੀਂ ਕਿੱਦਾਂ ਗਿਆ। ਇਹਨੂੰ ਬਰਦਾਸ਼ਤ ਕੌਣ ਕਰ ਸਕਦਾ ਸੀ? ਸਰਕਾਰ ਨੇ ਬਰਦਾਸ਼ਤ ਕਰਨਾ ਸੀ। ਝਿੜਕਾਂ ਤਾਂ ਇਹਨਾਂ ਨੂੰ ਉਦੋਂ ਹੀ ਬਹੁਤ ਪੈ ਗਈਆਂ ਹੋਣੀਆਂ। ਉਹਨਾਂ ਝਿੜਕਾਂ ਤੋਂ ਬਾਅਦ ਹੁਣ ਇਹਨਾਂ ਦੀ ਕੋਈ ਇਹੋ ਜਿਹੀ ਜ਼ਰੂਰਤ ਨਹੀਂ ਕਿ ਲੰਚ ਟਾਈਮ ਵੀ ਆਪਣੇ ਤੌਰ ਤੇ ਡਿਕਲੇਅਰ ਕਰ ਸਕਣ
ਉਹਦੇ ਤੋਂ ਪਹਿਲਾਂ ਵੀ ਦੂਸਰੇ ਕਮਰੇ 'ਚ ਜਾ ਕੇ ਪੁੱਛਦੇ ਆ ਜੀ ਹੁਣ ਫਿਰ ਅਸੀਂ ਲੰਚ ਟਾਈਮ ਡਿਕਲੇਅਰ ਕਰ ਦਈਏ ਕਿ ਨਾ ਕਰ ਦਈਏ, ਰੋਟੀ ਖਾ ਲਈਏ ਕਿ ਨਾ ਖਾ ਲਈਏ। ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਜੀ ਉਹ ਮੁੜ ਕੇ ਕਹਿੰਦੇ ਨੇ ਮੈਡਮ ਰੋਟੀ ਖਾ ਲਾਂ ਜੀ, ਮੈਡਮ ਮੈਂ ਪਾਣੀ ਜਾ ਪੀ ਆਵਾਂ ਜੀ। ਇਹ ਮੰਤਰੀਆਂ ਦੀ ਤੇ ਹਾਲਤ ਇੱਦਾਂ ਦੀ ਬਣਾਈ ਪਈ ਆ। ਇਸ ਵੇਲੇ ਕੇਂਦਰ ਸਰਕਾਰ ਦੇ ਮੰਤਰੀ ਮੰਡਲ 'ਚ ਮੰਤਰੀ ਕੋਈ ਨਹੀਂ, ਉੱਥੇ ਸਿਰਫ 2 ਮੰਤਰੀ ਨੇ। ਇੱਕ ਜਿਹੜਾ ਆਪਣੇ ਆਪ ਨੂੰ ਪ੍ਰਧਾਨ ਸੇਵਕ ਕਹਿੰਦਾ ਜੀ ਤੇ ਦੂਸਰਾ ਫਿਰ ਗ੍ਰਹਿ ਸੇਵਕ ਕਹਿ ਲਓ, ਗ੍ਰਹਿ ਮੰਤਰੀ ਅਮਿਤ ਸ਼ਾਹ। ਬਾਕੀ ਤਾਂ ਅਮਲਾ ਫੈਲਾ, ਉਹਨਾਂ ਨੂੰ ਮੰਤਰੀ ਕੌਣ ਮੰਨਦਾ? ਉਹਨਾਂ ਦੇ ਆਪਣੇ ਵੱਸ ਦੀ ਕੋਈ ਗੱਲ ਹੀ ਹੈ ਨਹੀਂ। ਫਾਈਲਾਂ ਵੇਖਦੇ ਆ, ਜਿੰਨਾ ਕੁ ਉਹਨਾਂ ਕੋਲ ਸੁਨੇਹਾ ਆਇਆ ਹੁੰਦਾ ਉਹਨਾਂ ਕੁ ਪੜ੍ਹ ਲੈਂਦੇ ਆ, ਫਿਰ ਅਫਸਰਾਂ ਵੱਲ ਵੇਖਦੇ ਆ ਕੋਈ ਨਵਾਂ ਸੁਨੇਹਾ ਤਾਂ ਨਹੀਂ ਆਇਆ, ਜੀ ਮੁੜ ਕੇ ਨਾਲ ਦੇ ਕਮਰੇ 'ਚ ਫਿਰ ਪੁੱਛਣ ਤੁਰ ਪੈਂਦੇ ਆ। ਮੰਤਰੀਆਂ ਦੀ ਇੰਨੀ ਜਿਹੜੀ ਮਾੜੀ ਹਾਲਤ ਹੈ, ਪਾਣੀਓਂ ਪਤਲੀ ਹਾਲਤ, ਇਹ ਅੱਜ ਤੱਕ ਭਾਰਤ ਦੇ ਲੋਕਾਂ ਨੇ ਕਦੇ ਨਹੀਂ ਸੀ ਵੇਖੀ ਜਿੰਨੀ ਨਰਿੰਦਰ ਮੋਦੀ ਸਰਕਾਰ ਨੇ ਕਰ ਦਿੱਤੀ ਹੈ। ਅਜੇ ਸ਼ਾਇਦ ਹੋਰ ਕਰਨਗੇ। ਪਰ ਸਾਹਿਬ ਜਿਸ ਤਰ੍ਹਾਂ ਨੈਸ਼ਨਲ ਮੀਡੀਆ ਕਹਿੰਦਾ ਕਿ ਮਸਲਾ ਸੁਪਰੀਮ ਕੋਰਟ ਤੇ ਛੱਡ ਦਿੰਦੇ ਆ, ਤੇ ਫਿਰ ਇਹਦੇ ਵਿੱਚ ਇਤਰਾਜ਼ ਕੀ ਹੈ ਕਿਸਾਨਾਂ ਨੂੰ? ਦੇਖੋ, ਇਹ ਮੁੱਦਾ ਸਰਕਾਰ ਵਾਰ-ਵਾਰ ਪੇਸ਼ ਕਰਦੀ ਹੈ ਕਿ ਅਸੀਂ ਨਹੀਂ ਕਰਦੇ, ਚਲੋ ਆਪਾਂ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਲੈਂਦੇ ਹਾਂ ਜੀ। ਅਦਾਲਤਾਂ ਕੋਲ ਬਹੁਤ ਕੁਝ ਹੁੰਦਾ, ਅਦਾਲਤਾਂ ਕਰ ਸਕਦੀਆਂ ਨੇ। ਸੁਪਰੀਮ ਕੋਰਟ ਤਾਂ ਵੈਸੇ ਵੀ ਸੁਪਰੀਮ ਆ, ਉਹ ਸਾਰਾ ਕੁਝ ਕਰ ਸਕਦੀ ਹੈ ਤੇ ਆਪਾਂ ਉੱਥੋਂ ਕਰਵਾ ਲਈਏ। ਇਹਦੇ ਉੱਤੇ ਇਤਰਾਜ਼ ਕੀ ਹੈ ਕਿਸੇ ਨੂੰ? ਨੈਸ਼ਨਲ ਮੀਡੀਆ ਜਿਹਦੇ 'ਚ 22-24 ਚੈਨਲ ਤਾਂ ਸਰਕਾਰ ਦੇ ਆਪਣੇ ਜੀ, 40-50 ਚੈਨਲ 2 ਵੱਡੇ ਘਰਾਣਿਆਂ ਦੇ ਨੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਨੇ, ਉਹ ਸਾਰੇ ਇੱਕੋ ਮੂੰਹ ਨਾਲ ਇਤਰਾਜ਼ ਕਰੀ ਜਾਂਦੇ ਆ ਕਿ ਕਿਸਾਨ ਵੇਖੋ ਜੀ ਮੰਨਦੇ ਨਹੀਂ। ਇਹ ਕਿਸਾਨਾਂ ਨੂੰ ਇਤਰਾਜ਼ ਕੀ ਆ? ਇਹ ਅਦਾਲਤ ਨੂੰ ਨਹੀਂ ਮੰਨਦੇ, ਸਰਕਾਰ ਨੂੰ ਨਹੀਂ ਮੰਨਦੇ। ਅਦਾਲਤ ਨੂੰ ਮੰਨਣ 'ਚ ਹਰਜ ਕੋਈ ਨਹੀਂ ਸੀ, ਪਰ ਅਦਾਲਤਾਂ ਦਾ ਰਿਕਾਰਡ ਇਸ ਵੇਲੇ ਕੀ ਜੀ। ਪਹਿਲੀ ਗੱਲ ਤਾਂ ਕਿਸਾਨ ਇਹ ਕਹਿੰਦੇ ਆ ਕਿ ਜਦੋਂ ਮੁੱਦਾ ਇਹ ਪਾਰਲੀਮੈਂਟ 'ਚ ਆਇਆ, ਸਰਕਾਰ ਨੇ ਸਿਆਸੀ ਤੌਰ ਤੇ ਫੈਸਲਾ ਕੀਤਾ, 2 ਵੱਡੇ ਘਰਾਣਿਆਂ ਨੇ ਕੀਤਾ, ਕਿਸੇ ਅਦਾਲਤ ਨੂੰ ਪੁੱਛਿਆ, ਜੀ ਕਿਸਾਨਾਂ ਨੂੰ ਪੁੱਛਿਆ? ਇਹ ਫੈਸਲਾ ਜਿੱਦਾਂ ਹੋਇਆ ਸਰਕਾਰ ਨੇ ਕੀਤਾ, ਸਰਕਾਰ ਜਾਣੇ ਤੇ ਅਸੀਂ ਜਾਣੀਏ, ਇਹਦੇ ਵਿੱਚ ਅਦਾਲਤ ਆਵੇ ਕਿੱਥੋਂ? ਅਦਾਲਤਾਂ 'ਚ ਆਉਣ ਦਾ ਮਤਲਬ ਕੋਈ ਨਹੀਂ। ਦੂਸਰੀ ਗੱਲ ਹੋ ਰਿਹਾ, ਸਾਡੇ ਅਦਾਲਤਾਂ ਦਾ ਰਿਕਾਰਡ ਕੀ ਹੈ? ਇੱਥੇ ਮਸਲੇ ਲਟਕਦੇ ਤੇ ਲਟਕੀ ਜਾਂਦੇ ਆ। ਜੀ ਇਹਨਾਂ ਅਦਾਲਤਾਂ ਦੇ ਵਿੱਚ ਕਈ ਕਿਸਮ ਦੇ ਦਖਲ ਦੀਆਂ ਗੱਲਾਂ ਵੀ ਆਉਂਦੀਆਂ ਪਈਆਂ। ਹੁਣ ਅੱਜ ਸਵੇਰ ਦਾ WhatsApp ਦੇ ਉੱਤੇ ਥਾਂ-ਥਾਂ ਮੈਸੇਜ ਘੁੰਮ ਰਹੇ ਆ ਕਿ ਅਰਨਬ ਗੋਸਵਾਮੀ ਵਾਲੇ ਕੇਸ ਦੇ ਵਿੱਚ ਜਿਹੜਾ ਉਹ TV ਦੀ ਰੇਟਿੰਗ ਵਾਲਾ ਉਸ ਰੇਟਿੰਗ ਵਾਲੇ ਕੇਸ ਦੇ ਵਿੱਚ ਆਪੋ 'ਚ ਸਲਾਹਾਂ ਹੁੰਦੀਆਂ ਨੇ ਕਿ ਕਿਹੜਾ ਜੱਜ ਲੱਗੂਗਾ ਜਿਹਦੇ ਕੋਲ ਕੇਸ ਆਊਗਾ, ਉਹ ਜੱਜ ਤੱਕ ਪਹੁੰਚ ਕਿੱਦਾਂ ਕਰਨੀ ਹੈ। ਜੀ ਜੇ ਜੱਜਾਂ ਤੱਕ ਪਹੁੰਚਦੀਆਂ ਗੱਲਾਂ ਇੱਥੇ ਹੁੰਦੀਆਂ ਨੇ ਔਰ ਉਹਦੇ 'ਤੇ ਕੋਈ ਕਾਰਵਾਈ ਨਹੀਂ, ਜਿਹੜਾ ਕੋਈ ਸ਼ਿਕਾਇਤ ਕਰੇ ਕਿ ਫਲਾਣੇ ਜੱਜਾਂ ਤੱਕ ਪਹੁੰਚ ਕਰਦੇ ਆ, ਉਹ ਸ਼ਿਕਾਇਤ ਕਰਨ ਵਾਲਿਆਂ ਦੇ ਉੱਤੇ ਕਾਰਵਾਈ ਹੋ ਜਾਂਦੀ ਹੈ। ਫਿਰ ਕਿੱਦਾਂ ਕੋਈ ਆਸ ਰੱਖ ਸਕਦਾ ਵੀ ਇਹ ਅਸੀਂ ਜੱਜਾਂ ਤੋਂ ਇਹੋ ਜਿਹਾ ਫੈਸਲਾ ਕਰਵਾ ਲਈਏ? ਸਾਨੂੰ ਇਹ ਨਹੀਂ ਪਤਾ ਭੋਪਾਲ ਗੈਸ ਕਾਂਡ ਦੇ ਵਿੱਚ ਜਸਟਿਸ ਅਹਿਮਦੀ ਨੇ ਕੀ ਕੀਤਾ ਸੀ। 20-25 ਹਜ਼ਾਰ ਲੋਕ ਮਰ ਗਏ ਤੇ ਉਹਨੇ ਉੱਥੇ ਕਹਿ ਦਿੱਤਾ ਸੀ, ਇਹ ਤਾਂ ਇਦਾਂ ਹੀ ਲੱਗਦਾ ਜਿਵੇਂ ਅੱਡੇ ਦੇ ਉੱਤੇ ਲੋਕ ਖੜੇ ਆ ਬੱਸ ਉਡੀਕਦੇ ਤੇ ਇੱਕ ਟਰੱਕ ਡਰਾਈਵਰ ਆਇਆ, ਉਹਦੀ ਕਿਤੇ ਮਾੜੀ ਜਿਹੀ ਅੱਖ ਲੱਗ ਗਈ ਤੇ ਟਰੱਕ ਉੱਤੇ ਜਾ ਚੜਿਆ, ਉਹਦਾ ਕੀ ਕਸੂਰ ਹੈ? ਐਡੇ ਵੱਡੇ ਕਾਂਡ ਨੂੰ ਉਹਨੇ ਇੰਨਾ ਓਵਰ ਸਿੰਪਲੀਫਾਈ ਕਰ ਦਿੱਤਾ ਤੇ ਬਾਅਦ ਵਿੱਚ ਪਤਾ ਲੱਗਾ ਕਿ ਮਿਲ ਕੇ ਸੌਦੇਬਾਜ਼ੀ ਕਰਕੇ ਤੇ ਉਹਨੇ ਕੰਪਨੀ ਦਾ ਪੱਖ ਪੂਰਿਆ ਸੀ। ਜਦੋਂ ਰਿਟਾਇਰ ਹੋ ਗਿਆ ਤੇ ਉਹਨੂੰ ਮੁੜ ਕੇ ਕੰਪਨੀ ਨੇ ਬਹੁਤ ਵੱਡੇ ਇੰਸਟੀਚਿਊਟ ਦਾ ਹੈੱਡ ਬਣਾ ਕੇ ਸੁਪਰੀਮ ਕੋਰਟ ਦੇ ਜੱਜ ਨੇ ਤਨਖਾਹ ਲਾਤੀ ਸੀ, ਐਸ਼ ਕਰਦਾ ਰਿਹਾ ਸਾਰੀ ਉਮਰ। ਇਹ ਇਦਾਂ ਦੀਆਂ ਜਿਹੜੀਆਂ ਸੌਦੇਬਾਜ਼ੀਆਂ ਹੁੰਦੀਆਂ ਨੇ ਉਹ ਵੀ ਤਾਂ ਭਾਰਤ ਵਿੱਚ ਹੁੰਦੀਆਂ ਵੇਖੀਆਂ ਗਈਆਂ। ਇੱਕ ਮਸਲਾ ਹੋਰ ਹੈ, ਉਹ ਇਹ ਕਿ ਭਾਰਤ ਦੀਆਂ ਅਦਾਲਤਾਂ ਦਾ ਰਿਕਾਰਡ ਕੀ ਆ। 4 ਦਿਨ ਪਹਿਲਾਂ ਦੀ ਗੱਲ ਹੈ, ਪਿਛਲੇ ਸ਼ਨੀਚਰਵਾਰ ਜਾਂ ਐਤਵਾਰ ਇੱਕ ਖਬਰ ਆਈ ਸਾਡੇ ਕੋਲ ਕਿ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਪਟੀਸ਼ਨ ਨੂੰ ਚੈਲੰਜ ਕੀਤਾ ਗਿਆ ਸੀ ਤੇ ਉਹ ਜਿਹੜੇ ਪਟੀਸ਼ਨ ਸੀਗੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ, ਉਹ ਅਦਾਲਤ ਵਿੱਚ ਰੱਦ ਹੋ ਗਈ। ਲੋਕੀ ਹੁਣ ਸੋਚਦੇ ਹੋਣਗੇ ਲੈ 2017 ਚ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ, 2021 ਚ 4 ਸਾਲਾਂ ਬਾਅਦ ਜਾ ਕੇ ਪਟੀਸ਼ਨ ਰੱਦ ਹੋ ਗਈ ਆ, ਪਤਾ ਨਹੀਂ ਕਿੱਡੀ ਵੱਡੀ ਖਾਸ ਗੱਲ। ਇਹ ਨਾ ਸਮਝੋ, ਅਸਲ ਕਹਾਣੀ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੀ ਪਟੀਸ਼ਨ ਰੱਦ ਹੋਈ ਉਹ 2017 ਦੀ ਨਹੀਂ, ਉਹ 2002 ਦੀ ਆ। ਜਦੋਂ 2002 ਦੇ ਵਿੱਚ ਬਾਦਲ ਸਰਕਾਰ ਨੂੰ ਹਰਾ ਕੇ, ਅਕਾਲੀ ਭਾਜਪਾ ਨੂੰ ਹਰਾ ਕੇ ਅਮਰਿੰਦਰ ਸਿੰਘ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ, ਇਹਦੇ ਖਿਲਾਫ ਇੱਕ ਬੰਦੇ ਨੇ ਪਟੀਸ਼ਨ ਦਾਇਰ ਕਰ ਦਿੱਤੀ। ਉਹ 2002 ਦੀ ਪਟੀਸ਼ਨ 2004 ਦੇ ਵਿੱਚ ਜਾ ਕੇ ਰੱਦ ਹੋ ਗਈ ਜੀ, ਉਹ ਸੁਪਰੀਮ ਕੋਰਟ ਕੋਲ ਚਲਾ ਗਿਆ, ਪਟੀਸ਼ਨ ਫਿਰ ਮੁੜ ਕੇ ਇੱਥੇ ਆ ਗਈ। ਉਦੋਂ ਬਾਅਦ ਹੁਣ 2021 ਚ ਆ ਕੇ 19 ਸਾਲਾਂ ਬਾਅਦ ਇੱਕ ਚੋਣ ਪਟੀਸ਼ਨ ਦਾ ਫੈਸਲਾ ਹੁੰਦਾ ਪਿਆ ਜੀ। ਇਹਦੇ ਤੋਂ ਪਹਿਲਾਂ ਅਸੀਂ ਕੀ ਵੇਖਿਆ? ਨਵਜੋਤ ਸਿੰਘ ਸਿੱਧੂ 2009 ਦੇ ਵਿੱਚ ਭਾਜਪਾ ਦੀ ਟਿਕਟ ਤੇ ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਚੁਣਿਆ ਗਿਆ। ਇਹਦੇ ਮੁਕਾਬਲੇ ਕਾਂਗਰਸ ਦਾ ਉਮੀਦਵਾਰ ਸੀ ਓਮ ਪ੍ਰਕਾਸ਼ ਸੋਨੀ, ਉਹ ਹਾਰ ਗਿਆ। ਸੋਨੀ ਨੇ ਸਿੱਧੂ ਦੇ ਖਿਲਾਫ ਪਟੀਸ਼ਨ ਦਾਇਰ ਕਰ ਦਿੱਤੀ। 5 ਸਾਲ ਦਾ ਤਾਂ ਸਮਾਂ ਹੁੰਦਾ ਪਾਰਲੀਮੈਂਟ ਮੈਂਬਰ ਦਾ। ਉਹ 2014 ਦੇ ਵਿੱਚ ਮਿਆਦ ਪੂਰੀ ਹੋ ਗਈ ਨਵਜੋਤ ਸਿੱਧੂ ਦੀ। 14 ਦੇ ਵਿੱਚ ਸਿੱਧੂ ਨੂੰ ਭਾਜਪਾ ਨੇ ਟਿਕਟਾਂ ਦਿੱਤੀ, ਅਰੁਣ ਜੇਤਲੀ ਖਲੋ ਗਿਆ, ਉਹ ਕੈਪਟਨ ਅਮਰਿੰਦਰ ਤੋਂ ਹਾਰ ਗਿਆ। ਫਿਰ ਇਹਨਾਂ ਦੋਵਾਂ ਦੀ ਪਟੀਸ਼ਨ ਫਿਰ ਵੀ ਚੱਲਦੀ ਰਹੀ। 2017 ਦੇ ਵਿੱਚ ਨਵਜੋਤ ਸਿੱਧੂ ਆ ਗਿਆ ਕਾਂਗਰਸ ਦੇ ਵਿੱਚ,
ਫਿਰ ਕਾਂਗਰਸ ਵੱਲੋਂ ਚੋਣ ਲੜ ਕੇ ਐਮਐਲਏ ਬਣਿਆ ਤੇ ਮੰਤਰੀ ਬਣ ਗਿਆ। ਓਮ ਪ੍ਰਕਾਸ਼ ਸੋਨੀ ਵੀ ਮੰਤਰੀ ਬਣ ਗਿਆ। ਦੋਵੇਂ ਪੰਜਾਬ ਦੇ ਮੰਤਰੀ ਦੋਵੇਂ ਹਾਈ ਕੋਰਟ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਚੋਣ ਪਟੀਸ਼ਨ ਜਿਹੜਾ ਉਹ ਭੁਗਤਣ ਵਾਸਤੇ ਜਾਇਆ ਕਰਨ, ਜਿਹੜੀ ਚੋਣ ਪਟੀਸ਼ਨ 2009 ਤੋਂ ਚੱਲਦੀ ਆਉਂਦੀ ਸੀ ਜੀ। ਹੁਣ ਉਹਨਾਂ ਦੀ 9 ਤੋਂ ਚੱਲਦੀ ਆਉਂਦੀ ਸੀ ਤੇ ਫਿਰ ਕਿਸੇ ਨੇ ਸਮਝਾਇਆ ਕਿ ਤੁਸੀਂ ਦੋਵੇਂ ਮੰਤਰੀ ਆਮੋ ਸਾਹਮਣੇ ਜਾ ਕੇ ਹਾਈ ਕੋਰਟ 'ਚ ਬਹਿੰਦੇ ਚੰਗੇ ਲੱਗਦੇ ਆ, ਇਹਨਾਂ ਦੋਵਾਂ ਦਾ ਸਮਝੌਤਾ ਕਰਾਤਾ, ਪਟੀਸ਼ਨ ਰੱਦ ਹੋ ਗਈ। ਪਰ ਆਹ ਤੁਸੀਂ ਵੇਖੋ ਕਿ 2002 ਦੀ ਕੈਪਟਨ ਅਮਰਿੰਦਰ ਦੇ ਖਿਲਾਫ ਹੋਈ ਹੋਵੇ ਪਟੀਸ਼ਨ, 2021 ਚ 19 ਸਾਲਾਂ ਬਾਅਦ ਆ ਕੇ ਉਹ ਪਟੀਸ਼ਨ ਜਿਹੜੀ ਆ ਹੁਣ ਸਿਰੇ ਲੱਗਦੀ ਪਈ ਆ। ਜਿਹੜੀਆਂ ਅਦਾਲਤਾਂ ਦੇ ਵਿੱਚ ਇੰਨੇ ਮਸਲੇ ਲਟਕਦੇ ਆ ਕਿ ਅੱਜ ਅਸੀਂ ਕਿਸਾਨਾਂ ਵਾਲਾ ਮਸਲਾ ਉੱਥੇ ਅਦਾਲਤ ਵਿੱਚ ਭੇਜ ਦਈਏ ਤੇ ਉਹਦੇ ਤੋਂ ਬਾਅਦ ਅਸੀਂ 2042 ਤੱਕ ਡੀਕਦੇ ਰਹੀਏ ਕਿ ਮਸਲਾ ਕਿਸੇ ਪਾਸੇ ਲੱਗੇਗਾ। ਅਦਾਲਤਾਂ ਲਾਉਂਦੀਆਂ ਕਿਸੇ ਪਾਸੇ। ਫਿਰ ਅਦਾਲਤ ਨੇ ਹੁਣ ਕੀ ਕੀਤਾ ਕਿ ਸੁਪਰੀਮ ਕੋਰਟ ਦੇ ਵਿੱਚ ਸੋਮਵਾਰ ਜਦੋਂ ਸੁਣਵਾਈ ਹੋਈ ਤੇ ਸਰਕਾਰ ਨੂੰ ਝਾੜਾਂ ਪਈਆਂ, ਡਟ ਕੇ ਝਾੜਾਂ ਪਈਆਂ। ਤੇ ਅਗਲੇ ਦਿਨ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਤੀ 4 ਮੈਂਬਰਾਂ ਦੀ, ਚਾਰੇ ਉਹ ਜਿਹੜੇ ਬਿਲਕੁਲ ਸਰਕਾਰ ਦੀ ਖਿਦਮਤ ਕਰਨ ਵਾਲੇ ਉਹਦੇ ਪੱਖ 'ਚ ਪਹਿਲਾਂ ਬੋਲਦੇ ਪਏ। ਹੁਣ ਚੋਂ ਇੱਕ ਤਾਂ ਲੋਕਾਂ ਦੇ ਮਿਹਣਿਆਂ ਤੋਂ ਭੱਜਿਆ ਅਸਤੀਫਾ ਹੀ ਦੇ ਗਿਆ, ਬਾਕੀ 3 ਨੇ ਉਹ ਤਿੰਨੇ ਸਰਕਾਰ ਦੇ ਸੇਵਕ ਨੇ, ਪੂਰੀ ਤਰ੍ਹਾਂ ਦੀ ਸੇਵਾ ਕਰਦੇ ਨੇ। ਫਿਰ ਲੋਕੀ ਕਿਉਂ ਮੰਨ ਲੈਣ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਾਂ ਕਿਸੇ ਅਦਾਲਤ ਵਿੱਚ ਜਾ ਕੇ ਦਾ ਫੈਸਲਾ ਕਰਾ ਲਾਂਗੇ। ਇਹ ਫੈਸਲਾ ਜਿਹੜੀ ਸਰਕਾਰ ਨੇ ਕੀਤਾ, ਪਾਰਲੀਮੈਂਟ 'ਚ ਪਾਸ ਕਰਾ ਕੇ ਕੀਤਾ, ਰਾਸ਼ਟਰਪਤੀ ਦੇ ਦਸਤਖਤ ਕਰਾਏ ਆ, ਪਹਿਲਾਂ ਆਰਡੀਨੈਂਸ ਜਾਰੀ ਕੀਤਾ ਸੀ, ਉਹ ਸਰਕਾਰ ਦੇ ਨਾਲ ਬੈਠ ਕੇ ਗੱਲ ਜੇ ਮੁੱਕਣੀ ਤੇ ਮੁੱਕਣੀ ਆ। ਇਹਦੇ ਵਿੱਚ ਅਦਾਲਤ ਦਾ ਨਾ ਕਿਸੇ ਕਿਸਮ ਦਾ ਦਖਲ ਹੋਣਾ ਚਾਹੀਦਾ, ਨਾ ਬਣਦਾ, ਤੇ ਨਾ ਉਧਰ ਨੂੰ ਭੱਜਣਾ ਹੀ ਚਾਹੀਦਾ। ਜਿਹੜੀ ਸਰਕਾਰ ਨੇ ਇਹ ਕਰੋਨਾ ਵਾਇਰਸ ਦੇ ਸਾਰਾ ਮੁਲਕ ਫਸਿਆ ਪਿਆ ਸੀ, ਲੋਕੀ ਤਾਂ ਤਰਾਹ ਕਰਦੇ ਸੀ, ਤੇ ਇਹੋ ਜਿਹਾ ਮੌਕਾ ਕਸੂਤਾ ਜਿਹੜਾ ਉਦੋਂ ਜਿਹਨੇ ਆਰਡੀਨੈਂਸ ਜਾਰੀ ਕਰਕੇ ਪੌੜਾ ਪਾਇਆ, ਇਹ ਨਜਿੱਠਣਾ ਤੇ ਉਸ ਸਰਕਾਰ ਨੂੰ ਨਜਿੱਠਣਾ ਪਊਗਾ। ਕਿਸਾਨ ਠੀਕ ਕਹਿੰਦੇ ਆ, ਅਸੀਂ ਅਦਾਲਤਾਂ ਵੱਲ ਨਹੀਂ ਜਾਣਾ। ਜੀ ਪੰਤ ਸਾਹਿਬ, ਇੱਕ ਪਾਕਿਸਤਾਨ ਵਾਲੇ ਪਾਸਿਓਂ ਖਬਰ ਆਈ ਹੈ ਜਹਾਜ਼ ਇੱਕ ਜ਼ਬਤ ਕਰ ਲਿਆ ਕਿਸੇ ਦੇਸ਼ ਨੇ, ਇਹ ਕੀ ਕਹਾਣੀ ਹੈ? ਪਾਕਿਸਤਾਨ ਦੀ ਇੰਟਰਨੈਸ਼ਨਲ 에ਅਰਲਾਈਨ ਜਿਹੜੀ ਹੈ PIA ਜੀ, ਉਹਦਾ ਜਹਾਜ਼ ਅੱਜ ਕਿਸੇ ਥਾਂ ਤੋਂ ਆ ਰਿਹਾ ਸੀ ਤੇ ਮਲੇਸ਼ੀਆ ਤੋਂ ਅੱਗੋਂ ਉਹਨੇ ਉਤਰ ਕੇ ਤੇ ਦੁਬਾਰਾ ਪਾਕਿਸਤਾਨ ਵਾਸਤੇ ਉੱਡਣਾ ਸੀ ਜੀ। ਜਦੋਂ ਉੱਥੇ ਉਤਰਿਆ ਤੇ ਉੱਥੋਂ ਦੀ ਅਦਾਲਤ ਦੇ ਹੁਕਮ ਨਾਲ ਖੜੇ ਪੈਰ ਉਹ ਜਹਾਜ਼ ਜਿਹੜਾ ਉਹ ਜ਼ਬਤ ਕਰ ਲਿਆ ਗਿਆ। ਉਹਦੇ ਵਿੱਚ ਮੁਸਾਫਰ ਵੀ ਸਨ, ਕਿੰਨੇ ਸਨ ਇਹ ਪਤਾ ਨਹੀਂ, ਪਰ 18 ਜਣੇ ਤਾਂ ਪਾਕਿਸਤਾਨ ਦੀ ਇੰਟਰਨੈਸ਼ਨਲ 에ਅਰਲਾਈਨਸ ਦਾ ਸਟਾਫ ਸੀ, ਕਰੂ, ਜਿਹਦੇ ਵਿੱਚ ਪਾਇਲਟ ਵੀ ਨੇ, 에ਅਰ ਹੋਸਟੈਸ ਵੀ ਨੇ, ਸਟੀਵਰਡ ਨੇ, ਸਾਰੇ ਨੇ। ਉਹਨਾਂ ਸਾਰਿਆਂ ਨੂੰ ਵੀ ਆਖਿਆ ਕਿ ਉਤਰ ਜੋ, ਜਹਾਜ਼ ਤੁਹਾਡਾ ਜ਼ਬਤ ਹੋ ਗਿਆ। ਉਹਦਾ ਕਾਰਨ ਕੀ ਹੈ? ਪਾਕਿਸਤਾਨ ਦੇ ਕੋਲ ਆਪਣੇ ਕੋਲ ਤੇ ਫੈਕਟਰੀਆਂ ਨਹੀਂ ਜੀ, ਤੇ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਬੋਇੰਗ, ਜੈਟ, ਉੱਥੋਂ ਹੀ ਖਰੀਦਣ ਜੋਗੇ ਨਹੀਂ। ਇਹਨਾਂ ਨੇ ਵੀਅਤਨਾਮ ਛੋਟਾ ਜਿਹਾ ਦੇਸ਼ ਆ, ਕਮਜ਼ੋਰ ਦੇਸ਼ ਗਿਣਿਆ ਜਾਂਦਾ ਜੀ, ਉਹਦੀ ਇੱਕ ਕੰਪਨੀ ਤੋਂ 2 ਜਹਾਜ਼ ਲੀਜ਼ ਤੇ ਲਏ ਸੀ, ਪਰ ਲੀਜ਼ ਦੀਆਂ ਕਿਸ਼ਤਾਂ ਦੇਣੀਆਂ ਹੁੰਦੀਆਂ। ਪਾਕਿਸਤਾਨ ਦੀ ਇੰਟਰਨੈਸ਼ਨਲ ਇਹ ਜਿਹੜੀ ਆ ਉਹ ਕਿਸ਼ਤਾਂ ਦੇਣ ਜੋਗੀ ਵੀ ਨਹੀਂ। ਇਹਨਾਂ ਨੇ ਉਹਦੀਆਂ ਕਿਸ਼ਤਾਂ ਨਹੀਂ ਭਰੀਆਂ, ਉਹਨਾਂ ਨੇ ਕੇਸ ਕਰ ਦਿੱਤਾ। ਇਹ ਵੀਅਤਨਾਮ 'ਚ ਜਾਂਦੇ ਨਹੀਂ ਸੀ ਕਿ ਉੱਥੇ ਗਏ ਤੇ ਜਹਾਜ਼ ਜ਼ਬਤ ਕਰ ਲੈਣਗੇ ਜੀ। ਇਹ ਜਾਣ ਲੱਗੇ ਮਲੇਸ਼ੀਆ ਦੇ ਥਰੂ। ਅੱਛਾ, ਜਦੋਂ ਮਲੇਸ਼ੀਆ ਗਏ ਤੇ ਉਹਨਾਂ ਨੇ ਮਲੇਸ਼ੀਆ ਦੀ ਅਦਾਲਤ ਵਿੱਚ ਵੀ ਕੇਸ ਕੀਤਾ ਸੀ। ਅਦਾਲਤ ਤੋਂ ਉਹਨਾਂ ਨੂੰ ਵਾਰੰਟ ਮਿਲ ਗਏ ਕਿ ਜਹਾਜ਼ ਜ਼ਬਤ ਕਰ ਲਓ। ਅੱਜ ਉਹਨਾਂ ਨੇ ਜਹਾਜ਼ ਜਦੋਂ ਪਾਕਿਸਤਾਨ ਨੂੰ ਉੱਡਣ ਲੱਗਾ ਉਦੋਂ ਮਲੇਸ਼ੀਆ ਦੇ ਜ਼ਬਤ ਕਰ ਲਿਆ। ਮੁਸਾਫਰ ਸਾਰੇ ਉਤਾਰ ਦਿੱਤੇ, ਜਿਹੜੇ ਸਟਾਫ ਮੈਂਬਰ ਸੀ, ਕਰੂ ਜਿਹੜਾ ਸੀ, ਉਹਨਾਂ ਨੂੰ ਵੀ ਉਤਾਰਤਾ। ਅੱਗੋਂ ਮਲੇਸ਼ੀਆ ਦੀ ਸਰਕਾਰ ਨੇ ਕਹਿ ਦਿੱਤਾ ਕਿ ਜਿਹੜੇ ਮੁਸਾਫਰ ਇੱਥੇ ਇੱਕ ਵਾਰੀ ਉਤਰੇ ਆ, ਇਹ ਕਿਉਂਕਿ ਦੂਸਰੇ ਦੇਸ਼ ਤੋਂ ਆਏ ਹੋਏ ਆ, ਇਹਨਾਂ ਨੂੰ ਰੂਲਸ ਦੇ ਮੁਤਾਬਕ 14 ਦਿਨ ਕੁਆਰੰਟਾਈਨ ਕਰਨਾ ਪਊ। ਜੇ ਕੁਆਰੰਟਾਈਨ ਕੀਤੇ ਗਏ ਉਹਦਾ ਖਰਚਾ ਵੀ ਪਾਕਿਸਤਾਨ ਦੀ ਇੰਟਰਨੈਸ਼ਨਲ 에ਅਰਵੇਜ਼ ਨੂੰ ਪੈ ਜਾਣਾ, ਆਪਣੇ ਸਟਾਫ ਦਾ ਵੀ, ਉਹਨਾਂ ਮੁਸਾਫਰਾਂ ਦਾ ਵੀ। ਹੁਣ ਪਾਕਿਸਤਾਨ ਇੰਟਰਨੈਸ਼ਨਲ 에ਅਰਵੇਜ਼ ਦਾ ਬਿਆਨ ਆਇਆ ਕਿ ਅਸੀਂ ਮੁਸਾਫਰਾਂ ਨੂੰ ਤੇ ਕਰੂ ਨੂੰ ਇੱਥੇ ਲਿਆਉਣ ਵਾਸਤੇ ਬਦਲਵੇਂ ਪ੍ਰਬੰਧ ਕਰ ਰਹੇ ਹਾਂ। ਬਦਲਵੇਂ ਪ੍ਰਬੰਧ ਕਰ ਕਿੱਦਾਂ ਲੈਣਗੇ ਜਦੋਂ ਮਲੇਸ਼ੀਆ ਦੀ ਸਰਕਾਰ ਨੇ ਕਹਿ ਦਿੱਤਾ ਕਿ ਕਰੋਨਾ ਵਾਇਰਸ ਦੇ ਖਿਲਾਫ ਜਿਹੜੇ ਰੂਲਸ ਨੇ, ਰੂਲਸ ਦੇ ਮੁਤਾਬਕ ਇਹਨਾਂ ਨੂੰ 14 ਦਿਨ ਕੁਆਰੰਟਾਈਨ ਕੀਤਾ ਗਿਆ ਤੇ ਕਰਨਾ ਹੀ ਪੈਣਾ। ਉਹਦੇ 'ਚੋਂ ਕਿਸੇ ਕਿਸਮ ਦੀ ਛੋਟ ਹੀ ਨਹੀਂ ਮਿਲ ਸਕਦੀ। ਤੇ ਪਾਕਿਸਤਾਨ ਦੀ ਸਰਕਾਰ ਜਾਂ ਪਾਕਿਸਤਾਨ ਦੀ ਇੰਟਰਨੈਸ਼ਨਲ 에ਅਰਵੇਜ਼ ਉਹਨਾਂ ਨੂੰ 14 ਦਿਨ ਕੁਆਰੰਟਾਈਨ ਕੀਤਿਆਂ ਨੂੰ ਕਿਸੇ ਆਪਣਾ ਜਹਾਜ਼ ਭੇਜ ਕੇ ਵੀ ਜੇ ਮੰਗਾਉਣਾ ਚਾਹਵੇ ਤੇ ਕਿੱਦਾਂ ਲਿਆ ਸਕਦੇ? ਕਿਸੇ ਤਰ੍ਹਾਂ ਵੀ ਨਹੀਂ ਲਿਆ ਸਕਦੇ। ਇਹ ਤਾਂ ਉੱਥੇ ਫਸ ਗਏ ਲੋਕ, ਔਰ ਉਹ ਜਿਹੜੇ ਫਸ ਗਏ ਨੇ ਕੱਲ੍ਹ ਨੂੰ ਉਹਨਾਂ ਸਾਰਿਆਂ ਨੇ ਵੀ ਪਾਕਿਸਤਾਨ ਦੀ ਇੰਟਰਨੈਸ਼ਨਲ 에ਅਰਵੇਜ਼ ਦੇ ਖਿਲਾਫ ਮੁਆਵਜ਼ੇ ਦੇ ਕੇਸ ਕਰਨੇ ਆ ਕਿ ਸਾਡੇ ਇੰਨੇ ਦਿਨ ਖਰਾਬ ਕਰ ਦਿੱਤੇ, ਸਾਨੂੰ ਉੱਥੇ ਲਿਆ ਕੇ ਫਸਾ ਦਿੱਤਾ ਗਿਆ। ਔਰ ਇਹੋ ਜਿਹੇ ਇੰਟਰਨੈਸ਼ਨਲ ਮੁਆਵਜ਼ੇ ਜਦੋਂ ਪੈਂਦੇ ਹੁੰਦੇ ਆ ਉਹ ਬਹੁਤ ਵੱਡੇ ਰਿਕਾਰਡ ਤੋੜ ਪੈਂਦੇ ਹੁੰਦੇ ਆ। ਉਹਨਾਂ ਦੀ ਪਾਕਿਸਤਾਨ ਦੀ ਇੰਟਰਨੈਸ਼ਨਲ 에ਅਰਵੇਜ਼ ਤੇ ਪਹਿਲਾਂ ਹੀ ਦੀਵਾਲੀਆ ਦੇ ਕੰਢੇ ਹੋਈ ਖੜੀ ਆ, ਉਹਨਾਂ ਦੇ ਪੱਲੇ ਕੱਖ ਨਹੀਂ। ਤੇ ਜਦੋਂ ਹੁਣ ਆਹ ਸਾਰਾ ਖਰਚਾ ਪਿਆ ਮਲੇਸ਼ੀਆ ਦੇ ਵਿੱਚ ਮੁਸਾਫਰਾਂ ਦੇ ਰਹਿਣ ਦਾ ਵੀ, ਅੱਗੋਂ ਮੁਸਾਫਰਾਂ ਨੇ ਇਸ ਗੱਲ ਦਾ ਪਾਇਆ, ਕਿਸੇ ਨੇ ਆਖਿਆ ਮੈਂ ਤਾਂ ਨੌਕਰੀ ਤੇ ਜਾਣਾ ਸੀ, ਮੇਰਾ ਇੰਨਾ ਨੁਕਸਾਨ ਹੋ ਗਿਆ, ਕਿਸੇ ਨੇ ਕਹਿ ਦਿੱਤਾ ਮੈਂ ਬਿਜ਼ਨਸ ਤੇ ਜਾਣਾ ਸੀ, ਮੇਰਾ ਇੰਨੇ ਕਰੋੜ ਦਾ ਨੁਕਸਾਨ ਹੋ ਗਿਆ। ਉਹ ਜਦੋਂ ਉਹਨਾਂ ਸਾਰਿਆਂ ਦੇ ਕਰੋੜਾਂ ਦੇ ਮੁਆਵਜ਼ੇ ਪਏ, ਇਹ ਪਾਕਿਸਤਾਨ ਜਿਹੜਾ ਪਹਿਲਾਂ ਹੀ ਡੁੱਬਣ ਕੰਢੇ ਖੜਾ, ਇਹਦੀ ਹਾਲਤ ਹੋਰ ਪਾਣੀਓਂ ਪਤਲੀ ਹੋ ਜਾਣੀ ਹੈ। ਨਕਲੀ ਡਿਗਰੀਆਂ ਵਾਲਾ ਮਾਮਲਾ ਵੀ ਤਾਂ ਜੇ ਪਿਆਜ਼ ਲਟਕਦਾ ਹੀ, ਉਹ ਵੀ ਕਈ ਦੇਸ਼ ਹਾਂ, ਉਹ ਪਾਕਿਸਤਾਨ ਦੇ ਜਿਹੜੇ ਪਾਇਲਟਸ ਨੇ ਉਹਨਾਂ ਦੀਆਂ
ਅਜੇ ਤੱਕ 500-600 ਡਿਗਰੀਆਂ ਜਿਹੜੀਆਂ ਨੇ ਉਹਨਾਂ 'ਚੋਂ 200 ਤੋਂ ਵੱਧ ਡਿਗਰੀਆਂ ਦਾ ਫੈਸਲਾ ਹੋ ਚੁੱਕਾ ਕਿ ਇੰਨੀਆਂ ਡਿਗਰੀਆਂ ਜਾਲੀਆਂ ਸੀਗੀਆਂ ਉਹਨਾਂ ਕੋਲ, ਜਾਂ ਉਹਨਾਂ ਕੋਲ ਡਿਗਰੀਆਂ ਜਾਲੀ ਸੀ ਜਾਂ ਡਿਗਰੀਆਂ ਅਸਲੀ ਸੀ, ਪਰ ਉਹਨਾਂ ਅਕੈਡਮੀਆਂ ਤੋਂ ਟ੍ਰੇਨਿੰਗ ਲਈ ਸੀ ਜਿਹੜੀਆਂ ਅਕੈਡਮੀਆਂ ਕੋਲ ਜਹਾਜ਼ ਹੀ ਨਹੀਂ, ਜਹਾਜ਼ ਉਡਾਏ ਬਗੈਰ ਟ੍ਰੇਨਿੰਗ ਲਈ ਸੀ। ਉਹ ਜਿਹੜੇ ਪਾਇਲਟਸ ਨੇ ਉਹਨਾਂ ਦਾ ਮਸਲਾ ਵੀ ਹੈ। ਹੁਣ ਅੱਗੋਂ ਇਹਨਾਂ ਦੇ ਮਸਲੇ ਤਾਂ ਬੜੇ ਅਜੀਬ ਨੇ। ਅਜੇ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ, ਪਾਕਿਸਤਾਨ ਇੰਟਰਨੈਸ਼ਨਲ 에ਅਰਬੇਸ ਦਾ ਜਿਹੜਾ ਇੱਕ ਚੀਫ ਸੀਗਾ, ਇਹਨਾਂ ਦਾ ਹੈੱਡ ਸੀ, ਉਹ ਇੱਥੋਂ ਨੇ ਇੱਕ ਜਹਾਜ਼ ਚਾਰਟਰ ਪਲੇਨ ਦੇ ਤੌਰ ਤੇ ਭੇਜਤਾ ਜਰਮਨੀ ਤੋਂ ਦੂਜੇ ਤੋਂ ਤੀਜੇ ਦੇਸ਼, ਮੁੜ ਕੇ ਉੱਥੋਂ ਜਿਹੜਾ ਕਰਿਊ ਸੀ, ਸਟਾਫ, ਉਹ ਸਾਰਾ ਵਾਪਸ ਭੇਜਤਾ ਤੇ ਜਹਾਜ਼ ਕਿੱਥੇ ਹੈ ਉਹਦਾ ਪਤਾ ਹੀ ਨਹੀਂ ਲੱਗੇ। ਪਤਾ ਲੱਗਾ ਜੀ ਉਹ ਜਹਾਜ਼ ਉਹਨੇ ਕੰਪਨੀ ਦੇ ਹੈੱਡ ਨੇ ਉੱਥੇ ਬਾਹਰ ਦਾ ਬਾਹਰ ਵੇਚਦਾ ਜਾਂ ਫਿਰ ਤੋਂ ਅਸਤੀਫਾ ਦੇ ਕੇ ਤੇ ਕਿਸੇ ਪੱਛਮੀ ਦੇਸ਼ 'ਚ ਪਹੁੰਚ ਗਿਆ। ਇਹ ਪਾਕਿਸਤਾਨ ਦਾ ਤੇ ਬਾਬਾ ਆਦਮੀ ਨਿਰਾਲਾ, ਉੱਥੇ ਪਤਾ ਹੀ ਨਹੀਂ ਕੀ ਕਰਨਗੇ ਤੇ ਕਿਹੜੇ ਵਕਤ ਕਰਨਗੇ। ਬਿਹਾਰ ਵਿੱਚ ਮੰਤਰੀ ਮੰਡਲ ਦੇ ਵਿਸਤਾਰ ਲਈ ਦੌੜ ਲੱਗੀ ਆ, ਖਰਮਾਸ ਦਾ ਸਮਾਂ ਖਤਮ ਕਰਤਾ ਹੈ। ਖਰਮਾਸ ਕੀ ਹੁੰਦਾ ਜੀ? ਇਹ ਖਰਮਾਸ ਨਹੀਂ, ਖਰ ਮਾਸ, ਦੋ ਲਫ਼ਜ਼ ਨੇ। ਖਰ ਮਾਸ ਜਿਹੜਾ ਹਿੰਦੂ ਕੈਲੰਡਰ ਹੈ ਜੀ, ਉਹਦੇ ਵਿੱਚ ਜਿਹੜੇ ਵਧੀ ਤੇ ਸੁਧੀ ਦਾ ਚੱਕਰ ਆ, ਇੱਕ ਸੂਰਜੀ ਚੱਕਰ ਹੁੰਦਾ ਜੀ, ਉਹ ਵੱਖਰਾ ਚੱਲਦਾ, ਇੱਕ ਚੰਦਰਮਾ ਦਾ ਹਿਸਾਬ ਹੁੰਦਾ, ਉਹ ਵੱਖਰਾ ਚੱਲਦਾ। ਉਹਦੇ ਵਿਚਾਲੇ ਗਿਣਤੀਆਂ ਮਿਣਤੀਆਂ ਕਰਦਿਆਂ ਹਰ ਸਾਲ ਕੁਛ ਨਾ ਕੁਛ ਦਿਨ ਵਾਧਾ ਘਾਟਾ ਹੁੰਦਾ ਰਹਿੰਦਾ, ਕਦੇ 1.5 ਦਿਨ, ਕਦੇ 2.5 ਦਿਨ, ਕਦੇ 2 ਦਿਨ। ਉਹ ਜਿਹੜੇ ਵਾਧੇ ਘਟਦੇ ਰਹਿੰਦੇ ਆ, ਉਹਨਾਂ ਨੂੰ ਬਾਕੀ ਕੈਲੰਡਰਾਂ ਦੇ ਹਿਸਾਬ ਨਾਲ ਜੋੜਨ ਵਾਸਤੇ ਹਰ 2-2.5 ਸਾਲਾਂ ਬਾਅਦ ਫਿਰ ਇੱਕ ਮਹੀਨਾ ਕੱਢਿਆ ਜਾਂਦਾ ਪੂਰਾ, ਜਿਹਨੂੰ ਕਦੇ ਮਲ ਮਾਸ ਕਹਿੰਦੇ ਆ, ਕਦੇ ਖਰ ਮਾਸ ਕਹਿੰਦੇ ਆ। ਉਹਦੇ ਕਈ ਕਿਸਮ ਦੇ ਮਤਲਬ ਨਾਂ ਰੱਖੇ ਹੋਏ ਆ। ਮਲ ਮਾਸ ਦਾ ਮਤਲਬ ਵੀ ਹੁੰਦਾ ਕਿ ਕੂੜਾ ਕਰਕਟ ਦਾ ਮਹੀਨਾ। ਉਹ ਜਿਹੜਾ ਮਹੀਨਾ ਕੱਢਿਆ ਜਾਂਦਾ ਉਸ ਕੈਲੰਡਰ ਦੇ ਹਿਸਾਬ ਨਾਲ, ਉਸ ਮਹੀਨੇ 'ਚ ਖੁਸ਼ੀ ਵਾਲਾ ਕੋਈ ਕੰਮ ਨਹੀਂ ਕੀਤਾ ਜਾਂਦਾ। ਕੋਈ ਵੀ ਕੰਮ ਜਿਹੜਾ ਨੇਕ ਹੁੰਦਾ, ਸ਼ੁਭ ਕਾਰਜ, ਜਿਹੜਾ ਵਿਆਹ ਸ਼ਾਦੀ ਵਗੈਰਾ, ਉਹ ਹਿੰਦੂ ਧਰਮ 'ਚ ਉਹਨਾਂ ਦਿਨਾਂ 'ਚ ਕਰਨ ਤੋਂ ਪਰਹੇਜ਼ ਕੀਤਾ ਜਾਂਦਾ, ਇਹ ਕਹਿ ਕੇ ਕਿ ਖਰ ਮਾਸ ਹੈ। ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਮਹੀਨੇ ਦਸੰਬਰ ਦੇ ਵਿੱਚ 11-12 ਤਰੀਕ ਦੇ ਲਾਗੇ ਅਸੀਂ ਇਹਦੇ ਉੱਤੇ ਚਰਚਾ ਕੀਤੀ ਤੇ ਮੈਂ ਕਿਹਾ ਸੀ ਕਿ ਕਿਸਾਨਾਂ ਦੀ ਐਜੀਟੇਸ਼ਨ ਹੁਣ ਘੱਟੋ ਘੱਟ 1 ਮਹੀਨਾ ਤਾਂ ਲਟਕ ਜਾਣੀ ਹੈ। ਉਹ ਮੈਂ ਇਸੇ ਗੱਲ ਦੇ ਉੱਤੇ ਆਖਿਆ ਸੀ ਕਿਉਂਕਿ ਖਰ ਮਾਸ ਸ਼ੁਰੂ ਹੋ ਗਿਆ ਤੇ ਖਰ ਮਾਸ ਦਾ ਮਤਲਬ ਹੈ ਕਿ ਇਸ ਮਹੀਨੇ 'ਚ ਮੋਦੀ ਸਰਕਾਰ ਕੋਈ ਫੈਸਲਾ ਕਰਨਾ ਵੀ ਚਾਹਵੇ ਤੇ ਉਹਨੇ ਕਰਨਾ ਨਹੀਂ, ਕਿਉਂਕਿ ਮਹੀਨਾ ਸ਼ੁਭ ਨਹੀਂਗਾ ਤੇ ਉਹ ਅਸ਼ੁਭ ਦਿਨਾਂ ਦੇ ਵਿੱਚ ਕੋਈ ਕਾਰਜ ਕਰਕੇ ਤੇ ਆਪਣੇ ਵਾਸਤੇ ਕਿਸੇ ਕਿਸਮ ਦੀ ਕੋਈ ਸਾੜ ਸਤੀ ਮੁੱਲ ਨਹੀਂ ਲੈਣਾ ਚਾਹੁੰਦੇ। ਉਹ ਸਾਰੇ ਅੱਗੇ ਜੋਤਸ਼ੀਆਂ ਤੋਂ ਪੁੱਛ ਕੇ ਚੱਲਣ ਵਾਲੇ, ਮੋਦੀ ਸਾਹਿਬ ਦੀ ਸਾਰੀ ਟੀਮ ਵੀ, ਉਹਨਾਂ ਦੇ ਮੰਤਰੀ ਸੰਤਰੀ ਵੀ ਸਾਰੇ ਦੇ ਸਾਰੇ, ਇਹ ਤਾਂ ਜੋਤਸ਼ੀਆਂ ਤੋਂ, ਪਾਂਧਿਆਂ ਤੋਂ, ਪੰਡਤਾਂ ਤੋਂ ਪੁੱਛ ਕੇ ਚੱਲਦੇ ਆ, ਉਹਨਾਂ ਤੋਂ ਬਗੈਰ ਤੁਰਦੇ ਹੀ ਨਹੀਂ। ਮੈਂ ਉਦੋਂ ਕਹਿ ਦਿੱਤਾ ਸੀ ਕਿ ਅਜੇ ਇਹ 14 ਦਸੰਬਰ ਤੋਂ 15 ਦਸੰਬਰ ਤੋਂ ਸ਼ੁਰੂ ਹੋ ਰਿਹਾ ਖਰ ਮਾਸ ਤੇ 14 ਜਨਵਰੀ ਤੱਕ ਚੱਲਣਾ। ਇਸ ਮਹੀਨੇ ਦੇ ਦੌਰਾਨ ਇਹ ਕੋਈ ਚੱਜ ਦਾ ਕੰਮ ਨਹੀਂ ਕਰਨਗੇ ਕਿਉਂਕਿ ਇਹਨਾਂ ਨੂੰ ਡਰ ਆ ਕਿ ਸ਼ੁਭ ਕੰਮ ਨਾ ਕੀਤਾ ਜਾਵੇ। ਉਂਝ ਮੈਂ ਇਹ ਫਿਰ ਦੱਸ ਦਿਆਂ ਕਿ ਇਹੋ ਜਿਹੜਾ ਜੋਤਸ਼ੀਆਂ ਦੇ ਮਗਰ ਲੱਗ ਕੇ ਇਹ ਪਖੰਡ ਜੇ ਕਰਨੇ ਆ, ਇਹ ਬੜੀ ਵਾਰ ਕੀਤੇ ਆ। ਲਾਲ ਕ੍ਰਿਸ਼ਨ ਅਡਵਾਨੀ ਨੇ 2009 ਦੀਆਂ ਚੋਣਾਂ ਤੋਂ ਪਹਿਲਾਂ ਜੋਤਸ਼ੀਆਂ ਤੋਂ ਪੁੱਛਿਆ ਸੀ ਤੇ ਉਹਨਾਂ ਨੇ ਆਖਿਆ ਸੀ ਜੇ ਬੰਗਲੌਰ ਮੀਟਿੰਗ ਕਰਨੀ ਆ ਤੇ ਉੱਥੇ ਜਿਹੜੇ ਹੋਟਲ 'ਚ ਰਹਿਣਾ, ਹੋਟਲ ਦਾ ਕਮਰਾ ਨੰਬਰ ਇੰਨਾ ਚਾਹੀਦਾ। ਹੋਟਲ ਵਾਲਿਆਂ ਨੂੰ ਆਖਿਆ, ਉਹਨੇ ਆਖਿਆ ਜੀ ਅਸੀਂ ਉਹ ਕਮਰਾ ਤੁਹਾਡੇ ਰਿਜ਼ਰਵ ਕਰ ਦਿਆਂਗੇ। ਫਿਰ ਆਖਿਆ ਗਿਆ ਉਸ ਕਮਰੇ ਦਾ ਜਿਹੜਾ ਬਾਥਰੂਮ ਆ ਉਹਦੀ ਟਾਇਲਟ ਸੀਟ ਦੀ ਡਾਇਰੈਕਸ਼ਨ ਠੀਕ ਨਹੀਂ, ਇਹ ਇੱਧਰ ਨਹੀਂ ਉੱਧਰ ਨੂੰ ਕਰਨੀ ਚਾਹੀਦੀ ਹੈ। 5 ਸਟਾਰ ਹੋਟਲ ਦੇ ਵਿੱਚ ਟਾਇਲਟ ਸੀਟ ਦੇ ਪੁੱਟ ਕੇ ਡਾਇਰੈਕਸ਼ਨ ਉੱਧਰ ਨੂੰ ਕੀਤੀ ਗਈ। ਫਿਰ ਉਹਦੇ ਤੋਂ ਬਾਅਦ ਆਖਿਆ ਗਿਆ ਕਿ ਅਡਵਾਨੀ ਜੀ ਦਾ ਮਹੂਰਤ ਤੇ ਕਹਿੰਦਾ ਕਿ ਇੰਨੇ ਵਜੇ ਇਹਨਾਂ ਨੂੰ ਹੋਟਲ ਤੋਂ ਨਿਕਲਣਾ ਚਾਹੀਦਾ, ਇੰਨੇ ਵਜੇ ਜਿੱਥੇ ਮੀਟਿੰਗ ਹੈ ਉਸ ਥਾਂ ਤੇ ਪਹੁੰਚਣਾ ਚਾਹੀਦਾ, ਇੰਨੇ ਵੱਜ ਕੇ ਇੰਨੇ ਮਿੰਟ ਇੰਨੇ ਸੈਕਿੰਡ ਤੇ ਇਹਨਾਂ ਨੂੰ ਬਾਹਰੋਂ ਹਾਲ ਦੇ ਅੰਦਰ ਪੈਰ ਰੱਖਣਾ ਚਾਹੀਦਾ। ਤੇ ਅਡਵਾਨੀ ਸਾਹਿਬ ਉਸ ਤੋਂ ਪਹਿਲਾਂ ਉੱਥੇ ਪਹੁੰਚ ਗਏ। ਜਦੋਂ ਰਹਿ ਗਏ 2 ਸੈਕਿੰਡ, ਅਡਵਾਨੀ ਸਾਹਿਬ ਨੇ ਪੈਰ ਚੁੱਕ ਲਿਆ ਤੇ ਘੜੀ ਵੱਲ ਵੇਖੀ ਜਾਣ। ਜਦੋਂ ਘੜੀ ਦੇ ਉੱਤੇ ਐਨ ਗ੍ਰਹਿ ਚਾਲ ਦੇ ਮੁਤਾਬਕ, ਜੋਤਸ਼ੀਆਂ ਦੱਸੇ ਮੁਤਾਬਕ ਕੋਈ ਟਾਈਮ ਹੋਇਆ, ਫਟਾਫਟ ਅਗਲੇ ਪਾਸੇ ਪੈਰ ਰੱਖਤਾ ਕਿ ਕਿਤੇ 1 ਸੈਕਿੰਡ ਉੱਤੇ ਨਾ ਹੋ ਜੇ। ਇੰਨਾ ਜੋਤਿਸ਼ ਦੇ ਹਿਸਾਬ ਨਾਲ ਚੱਲੇ ਤੇ ਚੱਲਣ ਤੋਂ ਬਾਅਦ ਵੀ ਉਹ ਪ੍ਰਧਾਨ ਮੰਤਰੀ ਨਹੀਂ ਸੀ ਬਣੇ। ਔਰ ਸਾਰੇ ਥਾਵਾਂ ਦੇ ਉੱਤੇ ਲੋਕੀ ਗਾਉਂਦੇ ਫਿਰਦੇ ਸਨ, ਹਮ ਵਫਾ ਕਰਕੇ ਵੀ ਤਨਹਾ ਰਹਿ ਗਏ, ਦਿਲ ਕੇ ਅਰਮਾ ਆਂਸੂਆਂ ਮੈਂ ਬਹਿ ਗਏ। ਵਿਚਾਰੇ ਅਡਵਾਨੀ ਸਾਹਿਬ ਦਾ ਇਹੋ ਜਿਹੇ ਮੁਹੂਰਤਾਂ ਨੇ ਕੁਝ ਵਿਗਾੜਿਆ ਨਹੀਂ, ਸਵਾਰਿਆ ਨਹੀਂ ਸੀ। ਤੇ ਹੁਣ ਜਿਹੜਾ ਖਰ ਮਾਸ ਦੇ ਵਿੱਚ 1 ਮਹੀਨੇ ਦਾ ਸਮਾਂ ਖਰਾਬ ਕੀਤਾ, ਉਹਦੇ ਨਾਲ ਵੀ ਕੁਝ ਨਹੀਂ ਬਣਨਾ। ਹੁਣ ਰਹਿ ਗਈ ਗੱਲ ਬਿਹਾਰ ਦੇ, ਜਿਹੜਾ ਸਵਾਲ ਤੁਸੀਂ ਪੁੱਛਿਆ। ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਨੇ ਆਖਿਆ ਸੀ ਕਿ ਦੱਸੋ ਤੁਸੀਂ ਕਿਹੜੇ ਕਿਹੜੇ ਆਪਣੇ ਮੰਤਰੀ ਬਣਾਉਣੇ। ਨਿਤੀਸ਼ ਕੁਮਾਰ 'ਚ 100 ਔਗਣ ਹੋਣ, ਪਰ ਇੱਕ ਉਹਦੇ 'ਚ ਹੈਗਾ ਕਿ ਉਹ ਇਹੋ ਜਿਹਾ ਜੋਤਿਸ਼ ਜੇ ਇਹਨੂੰ ਨਹੀਂ ਬਹੁਤਾ ਮੰਨਦਾ। ਉਹਨੇ ਆਖਿਆ ਸੀ ਕਿ ਲਿਆਓ ਤੁਹਾਡੇ ਹਿੱਸੇ ਦੇ ਮੰਤਰੀ ਕਿਹੜੇ ਕਿਹੜੇ ਤੁਸੀਂ ਬਣਾਉਣੇ, ਬਣਾ ਦਈਏ। ਤੇ ਇਹ ਇੱਕੋ ਗੱਲ ਟਾਲੀ ਜਾਂਦੇ ਸੀ ਕਿ ਅਜੇ ਖਰ ਮਾਸ ਚੱਲਦਾ, ਅਸੀਂ ਖਰ ਮਾਸ ਦੇ ਵਿੱਚ ਮੰਤਰੀ ਨਹੀਂ ਬਣਾ ਸਕਦੇ। ਹੁਣ ਅੱਜ ਖਰ ਮਾਸ ਖਤਮ ਹੋ ਗਿਆ ਤੇ ਖਰ ਮਾਸ ਖਤਮ ਹੁੰਦੇ ਸਾਰੀ ਬੀਜੇਪੀ ਦੇ ਵਿੱਚ ਦੌੜ ਲੱਗ ਗਈ ਹੈ, ਫਲਾਨਾ ਵੀ ਮੰਤਰੀ ਬਣਨਾ ਚਾਹੁੰਦਾ, ਫਲਾਨਾ ਵੀ ਬਣਨਾ ਚਾਹੁੰਦਾ, ਫਲਾਨੇ ਨੂੰ ਬਣਾ ਦਿਓ, ਫਲਾਨੇ ਨੂੰ ਬਣਾ ਦਿਓ, ਫਲਾਨੇ ਨੂੰ ਬਣਾ ਦਿਓ। ਔਰ ਇਹ ਜਿਹੜਾ ਕੰਮ ਚੱਲ ਪਿਆ ਬਿਹਾਰ ਦੇ ਵਿੱਚ, ਉਹਦੇ 'ਚ ਕਿੰਨਿਆਂ ਨੂੰ ਬਣਾਉਣਗੇ, ਕਿੰਨਿਆਂ ਨੂੰ ਛੱਡਣਗੇ ਮੈਨੂੰ ਪਤਾ ਨਹੀਂ, ਪਰ ਇਹ ਸਮਝੋ ਕਿ ਇੱਕ ਕਿਸਮ ਦਾ
ਖਰਮਾਸ ਦਾ ਜਿਹੜਾ ਫਾਟਕ ਲੱਗਾ ਸੀ ਉਹ ਟੁੱਟ ਗਿਆ ਕੱਲ। ਪਰ ਸਾਹਿਬ ਯੂਪੀ ਵਿੱਚ ਲਵ ਜਹਾਦ ਦਾ ਕਾਨੂੰਨ ਬਣਿਆ, ਇਹ ਬੜਾ ਚਰਚਾ ਵਿੱਚ ਹੈ। ਅਦਾਲਤ ਹੁਣ ਕੁਝ ਹੋਰ ਕਹਿ ਰਹੀ ਹੈ, ਸਰਕਾਰ ਕੁਝ ਹੋਰ ਕਹਿ ਰਹੀ ਹੈ। ਇਹ ਬਣੂਗਾ ਕੀ? ਕਿਉਂਕਿ ਹੁਣ ਅਦਾਲਤ ਕਹਿੰਦੀ ਆ 30 ਦਿਨ ਦਾ ਸਮਾਂ ਦੇਣ ਦੀ ਵੀ ਲੋੜ ਨਹੀਂ। ਇਹ ਪੂਰਾ ਸਮਝਾਓ ਕੀ ਮਾਮਲਾ। ਦੇਖੋ, ਜਿਹੜਾ ਉੱਤਰ ਪ੍ਰਦੇਸ਼ ਆ ਬਹੁਤ ਵੱਡਾ ਸੂਬਾ ਜੀ, ਇਹਦੀ ਹਾਈ ਕੋਰਟ ਮੁੱਖ ਤੌਰ ਤੇ ਇਲਾਹਾਬਾਦ ਵਿੱਚ ਆ, ਜਿਹਦਾ ਨਵਾਂ ਨਾਂ ਰਾਜ ਇਹਨਾਂ ਨੇ ਰੱਖਤਾ ਪ੍ਰਯਾਗਰਾਜ। ਪਰ ਹਾਈ ਕੋਰਟ ਦਾ ਨਾਂ ਅਜੇ ਉਸੇ ਤਰ੍ਹਾਂ ਇਲਾਹਾਬਾਦ ਹਾਈ ਕੋਰਟ ਹੀ ਚੱਲਦਾ। ਮੁੰਬਈ ਦੇ ਵਿੱਚ ਤੇ ਪੁਰਾਣਾ ਨਾਮ ਬੰਬੇ ਹੁੰਦਾ ਸੀ, ਤੇ ਉੱਥੇ ਹਾਈ ਕੋਰਟ ਅਜੇ ਵੀ ਬੰਬੇ ਹਾਈ ਕੋਰਟ ਹੈ ਜੀ। ਸ਼ਹਿਰ ਦਾ ਨਾਮ ਮੁੰਬਈ ਹੈ। ਤਾਮਿਲਨਾਡੂ ਦੀ ਰਾਜਧਾਨੀ 'ਚ ਉਹਦਾ ਨਾਮ ਮਦਰਾਸ ਹੁੰਦਾ ਸੀ, ਬਦਲ ਕੇ ਇਹਨਾਂ ਚੇਨਈ ਕਰਤਾ। ਪਰ ਕਿਉਂਕਿ ਮਦਰਾਸ ਸੀਗਾ, ਹਾਈ ਕੋਰਟ ਅਜੇ ਵੀ ਪੁਰਾਣੇ ਨਾਂ ਤੇ ਮਦਰਾਸ ਹਾਈ ਕੋਰਟ ਹੀ ਚੱਲਦੀ ਹੈ ਜੀ। ਇੱਥੇ ਉੱਤਰ ਪ੍ਰਦੇਸ਼ 'ਚ ਇਹਨਾਂ ਦੀ ਸਭ ਤੋਂ ਵੱਡੀ ਜਿਹੜਾ ਬੈਂਚ ਆ, ਜਿਹੜੀ ਮੁੱਖ ਅਦਾਲਤ ਹੈ ਹਾਈ ਕੋਰਟ, ਉਹ ਇਲਾਹਾਬਾਦ 'ਚ। ਉੱਥੇ ਕਿਸੇ ਨੇ ਪਟੀਸ਼ਨ ਦਾਇਰ ਕੀਤੀ ਸੀ। ਉਹਦੇ 'ਚ ਉਹਨਾਂ ਨੇ ਆਖਿਆ ਕਿ ਜੇ ਦੋ ਧਰਮਾਂ ਦੇ ਵੱਖ-ਵੱਖ ਧਰਮਾਂ ਦੇ ਲੋਕ ਆਪੋ 'ਚ ਵਿਆਹ ਕਰਾਉਣਾ ਚਾਹੁੰਦੇ ਆ, ਜਿਹੜਾ ਲਵ ਮੈਰਿਜ ਦਾ ਕਾਨੂੰਨ ਹੈ ਕਿ ਇੰਨੇ ਦਿਨ ਪਹਿਲਾਂ ਨੋਟਿਸ ਦਿਓ, ਦੋ ਧਰਮਾਂ ਦੇ ਲੋਕਾਂ ਨੇ ਵਿਆਹ ਕਰਾਉਣਾ ਤਾਂ 30 ਦਿਨ ਪਹਿਲਾਂ ਨੋਟਿਸ ਦਿਓ। ਹਾਈ ਕੋਰਟ ਨੇ ਕਹਿਤਾ ਕਿ ਇਹ ਉਹਨਾਂ ਦੀ ਪ੍ਰਾਈਵੇਸੀ ਦੀ ਉਲੰਘਣਾ। ਹੋ ਸਕਦਾ ਉਹ ਦੋਵੇਂ ਅਡਲਟ ਨੇ, ਮਾਂ-ਬਾਪ ਨੂੰ ਨਹੀਂ ਦੱਸਣਾ ਚਾਹੁੰਦੇ, ਤੁਸੀਂ ਨੋਟਿਸ ਕਿਉਂ ਦਿਵਾਉਂਦੇ ਹੋ? ਜੇ ਤੇ ਉਹ ਹੈਗੇ ਨੇ ਮਾਈਨਰ, ਅਜੇ 18 ਸਾਲ ਦੀ ਉਮਰ ਦੇ ਨਹੀਂ ਹੋਏ, ਅਡਲਟ ਨਹੀਂ ਹੋਏ, ਫਿਰ ਤਾਂ ਤੁਸੀਂ ਉਹਨਾਂ ਨੂੰ ਆਖੋ ਕਿ ਇਹਦੇ ਬਾਰੇ ਕੰਮ ਹੀ ਗਲਤ ਹੈ, ਤੁਸੀਂ ਵਿਆਹ ਨਹੀਂ ਕਰਾ ਸਕਦੇ। ਪਰ ਜੇ ਉਹ ਅਡਲਟ ਹੋ ਚੁੱਕੇ ਆ ਤੇ ਫਿਰ ਉਹਨਾਂ ਤੋਂ 30 ਦਿਨ ਦਾ ਨੋਟਿਸ ਕਾਹਦਾ ਮੰਗਦੇ? ਹੁਣ ਉੱਥੇ ਪੁਆੜਾ ਕੀ ਹੈ? ਇੱਕ ਪੰਜਾਬੀ ਦਾ ਮੁਹਾਵਰਾ, ਉਹ ਫਿਰ ਇਹ ਨੱਥ ਕਢਾਉਣ ਨੂੰ, ਉਹ ਫਿਰ ਇਹ ਨੱਕ ਵਢਾਉਣ ਨੂੰ। ਜੇ ਨੱਥ ਵੀ ਕਢਾ ਲਈ, ਅਗਲੇ ਪਾਸੇ ਨੱਕ ਵੱਢਿਆ ਗਿਆ ਤੇ ਫਿਰ ਕੀ ਹੋ ਜੂ? ਉਹ ਨੱਥ ਕਢਾਉਣ ਤੇ ਨੱਕ ਵਢਾਉਣ ਦੇ ਵਿੱਚ ਗੱਲ ਫਸੀ ਪਈ ਹੈ। ਯੂਪੀ ਦੀ ਸਰਕਾਰ ਨੇ ਫੈਸਲਾ ਇਹ ਕਰ ਦਿੱਤਾ ਕਿ ਦੇਖੋ ਜੀ, ਇੱਥੇ ਲਵ ਜਹਾਦ ਜਿਹੜਾ ਉਹਨੂੰ ਰੋਕਣ ਵਾਸਤੇ ਸਾਡੀ ਇਹ ਮਜਬੂਰੀ ਹੈ ਕਿ ਕੋਈ ਵੀ ਵਿਆਹ ਦੇ ਵਾਸਤੇ ਧਰਮ ਪਰਿਵਰਤਨ ਨਹੀਂ ਕਰਾਊਗਾ। ਸਰਕਾਰ ਤੇ ਕਹਿੰਦੀ ਆ ਵਿਆਹ ਦੇ ਵਾਸਤੇ ਧਰਮ ਪਰਿਵਰਤਨ ਨਹੀਂ ਕਰਾਊ। ਹੁਣ ਇੱਕ ਮੁੰਡਾ ਇੱਕ ਕੁੜੀ ਆਪੋ 'ਚ ਵਿਆਹ ਕਰਾਉਣਾ ਚਾਹੁੰਦੇ ਆ ਜੀ, ਆਮ ਤੌਰ ਤੇ ਕੀ ਹੁੰਦਾ ਕਿ ਉਹ ਦੋਵੇਂ ਧਰਮ ਪਰਿਵਰਤਨ ਆਪ ਧਰਮਿੰਦਰ ਹੋਰਾਂ ਨੇ ਕਰਾਇਆ ਸੀ, ਉਹਨੇ ਤੇ ਹੇਮਾ ਮਾਲਿਨੀ ਨੇ, ਸੰਜੇ ਦੱਤ ਨੇ, ਤੇ ਉਹ ਜਿਹੜੀ ਮਾਨਿਅਤਾ ਉਹਨਾਂ ਨੇ ਕਰਾਇਆ ਸੀਗਾ ਗੋਆ ਜਾ ਕੇ। ਇਦਾਂ ਦੇ ਕਈ ਵਿਆਹ ਹੋਏ ਨੇ। ਹੁਣ ਇਹ ਕਹਿੰਦੇ ਜੀ ਉਹ ਨਹੀਂ ਹੋ ਸਕਦਾ। ਅੱਛਾ, ਨਹੀਂ ਹੋ। ਦੂਜਾ ਇਹ ਕਿ ਪੁਰਾਣਾ ਕਾਨੂੰਨ ਜਿਹੜਾ ਉਹ ਤਾਂ ਕਹਿੰਦਾ 30 ਦਿਨ ਦਾ ਨੋਟਿਸ ਦਿੱਤਾ ਜਾਵੇ। ਹਾਈ ਕੋਰਟ ਕਹਿੰਦੀ ਆ ਕਿ ਨੋਟਿਸ ਵੀ ਦੇਣ ਦੀ ਲੋੜ ਨਹੀਂ। ਦੋ ਸਿਟੀਜ਼ਨ ਨੇ, ਦੋਵੇਂ 30 ਜਿਹੜੇ ਹੈਗੇ ਨੇ ਅਡਲਟ ਨੇ, ਜੋ ਅਡਲਟ ਨੇ ਤੇ ਉਹ ਜਦੋਂ ਆਉਣ ਉਹਨਾਂ ਦਾ ਵਿਆਹ ਕਰ ਦੇਣਾ ਚਾਹੀਦਾ, ਉਹਨਾਂ ਦਾ ਸਰਟੀਫਿਕੇਟ ਵੇਖਣਾ ਚਾਹੀਦਾ। ਸਰਕਾਰ ਉੱਥੋਂ ਦੀ ਕਹਿੰਦੀ ਆ ਕਿ ਇੱਕ ਦੂਸਰੇ ਧਰਮ ਦੇ ਵਿੱਚ ਅਸੀਂ ਵਿਆਹ ਹੀ ਨਹੀਂ ਕਰਾਉਣ ਦੇਣਾ। ਇਹਨਾਂ ਦੋਵਾਂ ਦੇ ਵਿੱਚ ਬਹੁਤ ਜ਼ਿਆਦਾ ਕੰਟਰਾਸਟ ਹੈ, ਇੱਕ ਦੂਸਰੇ ਤੋਂ ਉਲਟ ਧਾਰਾ ਨੇ ਕਿ ਅਦਾਲਤ ਖੁੱਲ੍ਹ ਦਿੰਦੀ ਪਈ ਆ, ਸਰਕਾਰ ਜਿਹੜੀ ਉਹ ਨੱਥ ਲਾਉਂਦੀ ਪਈ ਆ, ਉਹਨੂੰ ਨਕੇਲ ਪਾਉਂਦੀ ਪਈ ਆ ਕਿ ਤੁਸੀਂ ਆਪੋ 'ਚ ਇੱਕ ਦੂਸਰੇ ਨਾਲ ਦੋ ਧਰਮਾਂ ਵਾਲੇ ਵਿਆਹ ਵੀ ਨਹੀਂ ਕਰ ਸਕਦੇ। ਇਹ ਉੱਥੇ ਜਾ ਕੇ ਕਾਨੂੰਨ ਤੇ ਰਾਜਨੀਤੀ ਦੋਵਾਂ ਦੇ ਵਿਚਾਲੇ ਅੜਿੱਕਾ ਇਹੋ ਜਿਹਾ ਪੈ ਸਕਦਾ ਜਿਹੜਾ ਜੇ ਸ਼ਾਇਦ ਸੁਪਰੀਮ ਕੋਰਟ ਤੱਕ ਵੀ ਜਾਊਗਾ। ਉੱਥੇ ਜਾ ਕੇ ਹੱਲ ਹੁੰਦਾ ਕਿ ਨਹੀਂ ਪਤਾ ਨਹੀਂ, ਪਰ ਜਾਊਗਾ ਜ਼ਰੂਰ। ਪੰਨ ਸਾਹਿਬ, ਤੁਸੀਂ ਐਂ ਖਬਰਾਂ 'ਚ ਚਰਚਾ ਕੀਤੀ, ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।